ਡੰਡਾਉਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ ਦੋਹਰਾ, ਬਲ ਛੁਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਨੰਬਰ 53 ਅਤੇ ਸ਼ਲੋਕ ਨੰਬਰ 54 ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਇਹ ਦੋ ਸ਼ਲੋਕਾਂ ਦਾ ਪਾਠ ਇਕੱਠਾ ਕਰਕੇ ਕਿਉਂਕਿ ਦੋ ਸ਼ਲੋਕਾਂ ਦੀ ਵਿਚਾਰ ਆਪ ਜੀ ਨਾਲ ਤਾਂ ਸਾਂਝੀ ਕਰਨ ਲੱਗੇ ਹਾਂ ਕਿ ਸਮਝ ਆ ਸਕੇ ਕਿ ਇਹਨਾਂ ਦੋ ਸ਼ਲੋਕਾਂ ਵਿੱਚ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਇਆ। ਕਿਉਂਕਿ ਸਾਖੀਕਾਰਾਂ ਨੇ ਜਾਂ ਆਮ ਕੁਝ ਲੋਕਾਂ ਨੇ ਆਪਣੇ ਕੋਲੋਂ ਇਹਨਾਂ ਸ਼ਲੋਕਾਂ ਦੇ ਨਾਲ ਕਈ ਕੁਝ ਗੱਲਾਂ ਜੋੜ ਲਈਆਂ ਹੋਈਆਂ ਨੇ। ਇਸ ਕਰਕੇ ਦੋਵਾਂ ਸ਼ਲੋਕਾਂ ਦਾ ਪਾਠ ਇਕੱਠਾ ਕੀਤਾ ਗਿਆ ਅਰਥ ਸਮਝ ਆ ਸਕਣ। ਪਹਿਲਾਂ ਸਤਿਗੁਰੂ ਪਾਤਸ਼ਾਹ ਮਾਲਿਕ ਨੇ ਜੋ ਸਾਨੂੰ ਸਮਝਾਇਆ ਉਹ ਅੱਖਰੀ ਅਰਥ ਕੀ ਨੇ, ਅੱਗੇ ਆਪਾਂ ਵਿਸਥਾਰ ਕਰਾਂਗੇ। ਸ਼ਲੋਕ ਨੰਬਰ 53 ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਨੇ, ਬਲ ਛੁੱਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਜਦੋਂ ਆਤਮਿਕ ਬਲ ਖਤਮ ਹੋ ਗਿਆ ਤਾਂ ਬੰਧਨ ਗਲ ਆ ਪਏ ਹਨ। ਆਪਣੇ ਯਤਨ ਨਾਲ ਹੁਣ ਕੁਝ ਨਹੀਂ ਹੋ ਸਕਦਾ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਖ ਰਹੇ ਨੇ, ਹੇ ਪਰਮਾਤਮਾ ਹੁਣ ਤੇਰਾ ਹੀ ਆਸਰਾ ਹੈ। ਉਸ ਹਾਥੀ ਵਾਂਗੂ ਮੇਰੇ ਵੀ ਸਹਾਈ ਹੋਵੋ ਜਿਸ ਦੀ ਰਾਖੀ ਤੁਸੀਂ ਤੰਦੂਏ ਤੋਂ ਕੀਤੀ ਸੀ। ਸ਼ਲੋਕ ਨੰਬਰ 54 ਵਿੱਚ ਗੁਰੂ ਸਾਹਿਬ ਕਿਰਪਾ ਕਰਕੇ ਸਮਝਾ ਰਹੇ ਨੇ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਖ ਰਹੇ ਨੇ, ਹੇ ਪ੍ਰਭੂ ਸਭ ਕੁਝ ਆਪ ਦੇ ਹੱਥ ਵਿੱਚ ਹੀ ਹੈ, ਤੁਸੀਂ ਹੀ ਸੇਵਕਾਂ ਦੇ ਸਹਾਈ ਹੁੰਦੇ ਹੋ। ਹੁਣ ਆਤਮਿਕ ਬਲ ਪ੍ਰਾਪਤ ਹੋ ਗਿਆ ਹੈ, ਸਿਮਰਨ ਦੀ ਬਰਕਤ ਨਾਲ ਸਾਰੇ ਬੰਧਨ ਟੁੱਟ ਗਏ ਹਨ, ਸਾਰੇ ਢੋਅ ਸਹਿਜ ਸੁਭਾਅ ਹੀ ਢੁੱਕ ਗਏ ਹਨ। ਹੁਣ ਸਭ ਕੁਝ ਹੋ ਸਕਦਾ ਹੈ। ਇਸੇ ਅੱਖਰੀ ਅਰਥ। ਇਸ ਸ਼ਲੋਕ ਨੰਬਰ 53 ਅਤੇ ਸ਼ਲੋਕ ਨੰਬਰ 54 ਇਹਨਾਂ ਸ਼ਲੋਕਾਂ ਦੇ ਨਾਲ ਇੱਕ ਅਜੀਬ ਜੀ ਕਹਾਣੀ ਕਿਸੇ ਨੇ ਲਿਖ ਦਿੱਤੀ ਅਤੇ ਕਿਸੇ ਵੇਲੇ ਕਈ ਪ੍ਰਚਾਰਕ ਉਸ ਨੂੰ ਸੁਣਾ ਵੀ ਦਿੰਦੇ ਨੇ। ਬੜੀ ਗੱਪ ਮਾਰੀ ਹੋਈ ਉਹਦੇ ਵਿੱਚ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਉਸ ਨੇ ਜੋ ਕਹਾਣੀ ਵਿੱਚ ਆਮ ਕਹਾਣੀ ਜਿਹੜੀ ਲੋਕਾਂ ਨੂੰ ਸੁਣਾਈ ਜਾਂਦੀ ਆ ਜਾਂ ਲਿਖੀ ਗਈ ਹੈ, ਉਹਦੇ 'ਚ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਦਿੱਲੀ ਕੈਦ ਕਰ ਲਿਆ ਸੀ ਅਤੇ ਸਤਿਗੁਰੂ ਪਾਤਸ਼ਾਹ ਮਾਲਿਕ ਨੇ ਕਹਿੰਦੇ ਇਹ ਲਿਖ ਕੇ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਘੱਲਿਆ ਕਿ ਬਲ ਛੁੱਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਤੇ ਇਹਦੀ ਚਿੱਠੀ ਦੇ ਜਵਾਬ ਵਿੱਚ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਅਗਲਾ ਸ਼ਲੋਕ ਲਿਖ ਕੇ ਭੇਜਿਆ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਔਰ ਇੱਥੋਂ ਤੱਕ ਕਿ ਕਈਆਂ ਨੇ ਤਾਂ ਇੰਨਾ ਘੋਰ ਪਾਪ ਵੀ ਕੀਤਾ ਕਿ ਹੱਥ ਲਿਖਤ ਬੀੜਾਂ ਵਿੱਚ ਮਹੱਲਾ 10ਵਾਂ ਲਿਖ ਦਿੱਤਾ। ਪਰ ਸਿੱਖ ਜਗਤ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਸਿੱਖ ਜਗਤ ਔਰ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਇਹ ਸਾਰੇ ਹੀ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਨੇ। ਹੁਣ ਖਿਆਲ ਕਰਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਜਾ ਕੇ ਘਬਰਾ ਗਏ ਹੋਣਗੇ? ਨਹੀਂ, ਕਦੀ ਵੀ ਨਹੀਂ ਘਬਰਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਘਬਰਾ ਹੀ ਨਹੀਂ ਸਕਦੇ, ਡਰ ਹੀ ਨਹੀਂ ਸਕਦੇ, ਕਿਉਂਕਿ ਉਹ ਸਾਰਾ ਕੁਝ ਪਰਿਵਾਰ ਨੂੰ ਦੱਸ ਕੇ ਗਏ ਸਨ। ਪਰਿਵਾਰ ਸਾਰਾ ਸਹਿਮਤ ਸੀ ਔਰ ਗੁਰੂ ਤੇਗ ਬਹਾਦਰ ਸਾਹਿਬ ਤੇ ਸਾਰੀ ਉਮਰੇ ਗਾਉਂਦੇ ਰਹੇ ਸਨ
कि भै काहू को देत न पै मानत आन, कहो नानक सुन रे मना ज्ञानी ताहे बखान। कि ना किसी को डरना चाहिए, ना किसी को डराउना चाहिए। गुरु साहब डर नहीं सकते, गुरु कभी भी डर नहीं सकता, गुरु समर्थ है। एक साखीकारा ने अपने कोलों इहो जी गल जिहड़ी सी वो घड़ लई, तो जिन्हों कई भोले भाले जिहड़े आ श्रद्धालु आ वो सुन लेंदे ने ते मन लेंदे ने कि शायद इंज हो गया होवेगा, पर ये सारी दी सारी जिहड़ी कहानी आ ये गलत है। इन्हां श्लोकां दे विच अध्यात्मक गल चल रही है, आत्मक बल की गल चल रही है। क्योंकि श्लोक नंबर 52 विच आपां सरवण करके आए हैं कि जो उपजियो सो बिनस है परो आज कै काल, नानक हर गुण गाए ले छाड़ सगल जंजाल। भाव कि जंजाल जिहड़े मनुख नूं पए होए ने, जिहड़े धंधियां दे जंजाल मनुख दे गल विच पए होए आ ना, इन्हां दे नाल मनुख की होया, इस पासे धंधियां धंधारां वाले पासे लग गया, वकारां वाले पासे लग गया। तो सतगुरु पातशाह मल कहंदे ने जदों फिर बंदे दा आत्मक बल खत्म हो जाए, धंधे जंजाल बन के जदों बंदे दे गल विच पै जाण, बंधन गल विच आण के पै जाण, फिर बंदा अपने यतन नाल कुछ आखे भी हुण हो जाए, फिर गुरु साहब कहंदे कुछ भी नहीं हो सकता, बल छुट के वो बंधन परे कछू ना हो तो पाए। जदों आत्मक बल खत्म हो जाए उदों कुछ भी नहीं हो सकता। तो गुरु साहब मालक अगली पंक्ति विच ही नाल समझा रहे हैं कि की हो सकता वा, अरदास रब दे चरनां विच हो सकदी, परमात्मा दे चरनां विच अरदास हो सकदी है। कहो नानक अब ओट हर गज ज्यों हो सहाय। हे परमात्मा हुण तेरा ही आसरा है, उस हाथी वांगू मेरे भी सहाई हो जिस दी राखी तुसीं तंदूए तो कीती सी। उदों है जीव तू अरदास कर, जदों आत्मक बल खत्म हो जाए ना उदों परमात्मा दे अगे तू अरदास कर सकदा। तो सतगुरु पातशाह कहंदे जदों अरदास हो जाए परमात्मा दे अगे कि ऐ परमात्मा जिवें हाथी नूं तुसीं तंदूए तो बचाया सी, हुण मेरी भी रखिया करो। तो सतगुरु पातशाह मालक कहंदे फिर की हुंदा जदों अरदास बेनती कीती जांदी है, उदों रब दी जदों बख्शिश हो जाए उदों फिर हुंदा बल होवा बंधन छुटे सब किश हो तो पाए। फिर आत्मक बल प्राप्त हो जाता, सिमरन की बरकत नाल फिर सारे बंधन टुट जाते ने। नानक सब किश तुमरे हाथ में तुम ही होत सहाय। सतगुरु पातशाह कहंदे फिर धन्नवाद है ऐ परमात्मा, सारा कुछ तेरे हथ विच वस है, तुसीं ही सेवका दे सहाई हुंदे हो। सतगुरु पातशाह मालिक दी इन्हां दोवां श्लोकां दा पाठ इकट्ठा करिए, दोवां श्लोकां दी विचार इकट्ठी करके समझिए, फिर समझ लगदी है। ख्याल करना वैसे जिहड़े इहो जिहियां गप गपौड़ां लिखण वाले लेखक हुंदे आ ना, इन्हां दे मगर किसी वेले भोले भाले श्रद्धालु लग जांदे ने। गुरु तेग बहादुर साहब के सारिया श्लोकों का पाठ चंगी तरह विचार के करिए तो फिर पता लगता कि गुरु पातशाह सानू समझा की रहे हैं। आम पखंडी लोग जिहड़े देहधारी पखंडी अपने मगर लोगों को लाउंदे वो भी इंज ही करदे आ, एक पंक्ति सुना दिंदे आ, अगली पंक्ति नहीं सुणाउंदे। जिन्ना चिर असीं सारा शब्द सारी विचार नूं पढ़दे नहीं उन्ना चिर सानू पता नहीं लग सकता। तो सतगुरु पातशाह मालिक इत्थे आत्मक बल की गल कर रहे हैं कि जो धंधे जंजाल बन जाण ना, बंधन बन जाण, उदों आत्मक बल खत्म हो जाता, उदों कुछ भी नहीं हो सकता। उदों एक परमात्मा के चरणों में अरदास हो सकती है, परमात्मा तू हाथी नूं तंदूए तो बचा लिया सी, मेरी भी रखिया कर। जो अरदास प्रवान हो जाए ना, फिर मालिक गुरु परमात्मा किते आत्मक बल बख्श दवे। जो परमात्मा के चरणों च अरदास होवे ना, अरदास प्रवान हो जाती है, परमात्मा सुन लैंदा है। फिर परमात्मा जो बरकत करदा ना, जो परमात्मा माफ़ करना, जो परमात्मा आत्मक बल बख्शदा, फिर सिमरन की बरकत नाल सारे बंधन टुट जाते हैं। फिर धन्नवाद है नानक सब कुछ तुमरे हाथ में तुम ही और सहाय। ऐ परमात्मा सारा कुछ ही तेरे हाथ वस है, तेरी कृपा नाल सब कुछ हो सकता। सतगुरु पातशाह मालिक सानू इन्हां दो श्लोकां विच ये समझा रहे हैं। सतगुरु पातशाह
ਮਾਲਕ ਜੋ ਸਾਨੂੰ ਸੋਝੀ ਬਖਸ਼ ਰਹੇ ਨੇ, ਗੁਰੂ ਕਿਰਪਾ ਕਰੇ ਸਾਡਾ ਇਹ ਯਕੀਨ ਬਣ ਜਾਵੇ ਗੁਰੂ ਦੀ ਬਾਣੀ ਉੱਤੇ ਕਿ ਪਹਿਲੀ ਗੱਲ ਅਸੀਂ ਇਹਨਾਂ ਜੰਜਾਲਾਂ ਵਿੱਚ ਨਾ ਫਸੀਏ ਕਿ ਸਾਡੇ ਗਲ ਵਿੱਚ ਉਹ ਬੰਧਨ ਬਣ ਜਾਣ। ਬਚ ਕੇ ਰਹੀਏ, ਗੁਰੂ ਦੀ ਬਾਣੀ ਨੂੰ ਪਿਆਰ ਨਾਲ ਪੜ੍ਹੀਏ, ਸਿਮਰਨ ਕਰੀਏ। ਅਤੇ ਜਿਨ੍ਹਾਂ ਦੀ ਇਹ ਹਾਲਤ ਬਣ ਚੁੱਕੀ ਆ, ਆਤਮਿਕ ਬਲ ਜਿਨ੍ਹਾਂ ਦਾ ਕਿਤੇ ਖਤਮ ਵੀ ਹੋ ਗਿਆ ਨਾ, ਗੁਰੂ ਸਾਹਿਬ ਉਹਨਾਂ ਨੂੰ ਵੀ ਤਰੀਕਾ ਦੱਸ ਰਹੇ ਨੇ ਕਿ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ, ਮਾਲਕ ਦੇ ਘਰ ਤੇਰੀ ਅਰਦਾਸ ਪ੍ਰਵਾਨ ਹੋ ਗਈ ਨਾ, ਉਹ ਬਲ ਬਖਸ਼ ਦੇਵੇਗਾ ਤੇ ਤੂੰ ਸਿਮਰਨ ਕਰਨ ਲੱਗ ਜਾਵੇਂਗਾ। ਸਿਮਰਨ ਦੀ ਬਰਕਤ ਨਾਲ ਫਿਰ ਸਾਰਾ ਕੁਝ ਜਿਹੜਾ ਉਹ ਸਹੀ ਹੋ ਜਾਵੇਗਾ। ਫਿਰ ਧੰਨਵਾਦ ਵੀ, ਹਉਮੈ ਨਹੀਂ ਕਰਨੀ, ਹੰਕਾਰ ਨਹੀਂ ਕਰਨਾ ਚੰਗਾ ਕਰਮ ਕਰਕੇ ਕਿ ਮੈਂ ਬੜਾ ਸਿਮਰਨ ਕਰਦਾ, ਮੈਂ ਬੜੀ ਬੰਦਗੀ ਕਰਦਾ, ਮੈਂ ਬੜੇ ਚੰਗੇ ਕਰਮ ਕਰਦਾ। ਨਹੀਂ, ਫਿਰ ਵੀ ਧੰਨਵਾਦ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਸਤਿਗੁਰੂ ਪਾਤਸ਼ਾਹ ਸਾਨੂੰ ਸੋਝੀ ਬਖਸ਼ ਰਹੇ ਨੇ। ਬੰਦੇ ਅਰਦਾਸ, ਧੰਨਵਾਦ, ਇਹ ਸਾਰਾ ਕੁਝ ਆਪਣੇ ਹਿਰਦੇ ਵਿੱਚ ਪਰੋ ਕੇ ਰੱਖ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੋਵੇ ਅਤੇ ਉਹ ਕਿਰਪਾ ਕਰ ਦਿੰਦਾ, ਸਾਰੇ ਬੰਧਨ ਕੱਟ ਦਿੰਦਾ। ਅਤੇ ਜਦੋਂ ਬੰਧਨ ਕੱਟੇ ਜਾਣ ਫਿਰ ਵੀ ਧੰਨਵਾਦ ਕਰਨਾ ਚਾਹੀਦਾ ਹੈ। ਪਰਮਾਤਮਾ ਸਭ ਤੇਰੀ ਕਿਰਪਾ ਨਾਲ ਸਹੀ ਹੋਇਆ, ਮੇਰੇ ਵਿੱਚ ਕੋਈ ਬਲ ਨਹੀਂ ਸੀ, ਇਹ ਸਭ ਕੁਝ ਤੇਰੀ ਰਹਿਮਤ ਨਾਲ ਹੀ ਸਭ ਕੁਝ ਸਹੀ ਹੋਇਆ ਵਾ। ਸਾਰੇ ਵਿਕਾਰ ਤੇਰੀ ਕਿਰਪਾ ਨਾਲ ਦੂਰ ਹੋਏ ਆ, ਸਾਰੇ ਬੰਧਨ ਤੇਰੀ ਕਿਰਪਾ ਨਾਲ ਟੁੱਟੇ ਆ। ਇਹ ਪਰਮਾਤਮਾ ਹੈ ਗੁਰੂ, ਜੇ ਤੇਰੇ ਨਾਲ ਪਿਆਰ ਪਿਆ ਵਾ, ਤੇਰੀ ਕਿਰਪਾ ਨਾਲ ਹੀ ਪਿਆ ਵਾ। ਇਹ ਧੰਨਵਾਦ ਸਾਡੇ ਹਿਰਦੇ ਵਿੱਚ ਚਾਹੀਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ 2 ਸਲੋਕਾਂ ਦੀ ਵਿਚਾਰ ਕਰਦਿਆਂ ਦਾਸ ਕੋ ਬਹੁਤ ਸਾਰੀਆਂ ਗਲਤੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਦੇ ਕੇ ਪਿਆਰ ਨਾਲ ਫਤਿਹ ਦੀ ਸਾਂਝ ਕਰਿਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।